इस चैनल को सब्सक्राइब करें और घंटा दबाना ना भूलें। अब नहीं है वो कांटों का सहरा, वो तो पहने हैं दूल्हे का सेहरा। अब नहीं है वो कांटों का सहरा, वो तो पहने हैं दूल्हे का सेहरा। जिंदगी में वतन कैसी प्यारी दुल्हन, जिंदगी में वतन कैसी प्यारी दुल्हन, जिसको लेने दूल्हा आ रहा है। देखो देखो कोई आ रहा है, कैसा जलवा मसीह आ रहा है। देखो देखो कोई आ रहा। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦਾ ਦਿਨ ਆਪ ਦੇ ਜੀਵਨ ਦੇ ਵਿੱਚ ਮੁਬਾਰਕ ਹੋਵੇ। ਅਸੀਂ ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਕਿਰਪਾਲੂ ਮਿਹਰਬਾਨ ਪ੍ਰੇਮੀ ਪਰਮੇਸ਼ਰ, ਤੇਰਾ ਧੰਨਵਾਦ ਕਰਦੇ ਹਾਂ। ਅੱਜ ਦਾ ਦਿਨ ਆਪ ਨੇ ਸਾਨੂੰ ਆਪਣੀ ਕਿਰਪਾ ਦੇ ਨਾਲ ਦਿੱਤਾ ਹੈ ਕਿ ਇਸ ਵਿੱਚ ਅਸੀਂ ਤੇਰੇ ਵਚਨ ਦੀ ਸੱਚਾਈਆਂ ਨੂੰ ਸਿੱਖ ਕੇ ਤੇਰੇ ਰਾਜ ਵਿੱਚ ਵਧੀਏ। ਸਾਨੂੰ ਪਰਮੇਸ਼ਰ ਪਿਤਾ ਜਿੰਨੇ ਵੀ ਇਸ ਵਚਨ ਨੂੰ ਸੁਣਦੇ ਨੇ ਉਹਨਾਂ ਨੂੰ ਬੁੱਧ ਦੇ ਸਮੇਂ ਦੇ, ਤਾਂ ਕਿ ਤੇਰੇ ਦਿੱਤੇ ਹੋਏ ਵਚਨ ਦੀ ਸਿੱਖਿਆ ਦੇ ਨਾਲ ਤੇਰੇ ਸਵਰਗੀ ਰਾਜ ਵਿੱਚ ਵਧਦੇ ਜਾਣ। ਆਪਣੇ ਦਾਸ ਨੂੰ ਸਮਝ ਦੇ ਬੁੱਧ ਦੇ, ਤਾਂ ਕਿ ਦਿੱਤੀ ਹੋਈ ਤੇਰੀ ਸਮਝ ਦੇ ਨਾਲ ਤੇਰੇ ਵਚਨ ਦਾ ਪਰਮੇਸ਼ਰ ਪਿਤਾ ਵਿਕਾਸਵਾ ਹੋ ਸਕੇ ਔਰ ਤੇਰਾ ਨਾਮ ਉੱਚਾ ਹੋ ਸਕੇ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਨੂੰ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗ ਲੈਂਦੇ ਹਾਂ, ਆਮੇਨ। ਪਿਆਰੇ ਅਜ਼ੀਜ਼, ਅੱਜ ਦਾ ਮੇਰਾ ਵਿਸ਼ਾ ਖਾਸ ਹੈ। ਉਸ ਦਾ ਕਾਰਨ ਇਹ ਹੈ ਕਿ ਮੈਨੂੰ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਦੇਖ ਕੇ ਬਹੁਤ ਚਿੰਤਾ ਜਾਗਦੀ ਹੈ। ਬਹੁਤ ਸਾਰੇ ਲੋਕ ਅੱਜ ਦੇ ਸਮੇਂ ਦੇ ਵਿੱਚ ਪਰਮੇਸ਼ਵਰ ਦੇ ਵਚਨ ਨੂੰ ਜਾਣਦੇ ਹੋਏ ਵੀ ਔਰ ਉਸ ਦੀ ਅਗਿਆਨਤਾ ਤੋਂ ਬਗੈਰ ਵਿਨਾਸ਼ ਵੱਲ ਵਧਦੇ ਜਾ ਰਹੇ ਹਨ। ਔਰ ਇਹ ਵਿਨਾਸ਼ ਇੱਕ ਦਿਨ ਸਾਨੂੰ ਅਜਿਹੀ ਮੌਤ ਵਿੱਚ ਲੈ ਜਾਵੇਗਾ ਜਿੱਥੋਂ ਨਿਕਲਣਾ ਬਹੁਤ ਮੁਸ਼ਕਲ ਹੈ। ਮੈਂ ਅੱਜ ਦੇ ਸਮੇਂ ਦੇ ਵਿੱਚ ਅਜਿਹਾ ਕੰਮ ਵੇਖ ਰਿਹਾ ਹਾਂ ਕਿ ਜਿੰਨੇ ਵੀ ਆਪਣੇ ਆਲੇ ਦੁਆਲੇ ਦੇ ਸਮਾਜ ਦੇ ਵਿੱਚ ਮਸੀਹ ਵਿਸ਼ਵਾਸੀ ਹੈ, ਉਹਨਾਂ ਦੇ ਵਿੱਚ ਇੱਕ ਖਾਸ ਕੰਮ ਹੁੰਦਾ ਨਜ਼ਰ ਆ ਰਿਹਾ ਹੈ, ਉਹ ਹੈ ਡਾਈਵੋਰਸ। ਅੱਜ ਦਾ ਮੇਰਾ ਵਿਸ਼ਾ ਇਸੇ ਦੇ ਨਾਲ ਜੁੜਿਆ ਹੋਇਆ ਹੈ। ਪਰਮੇਸ਼ਰ ਨੂੰ ਤਿਆਗਣਾ ਮੌਤ ਦੀ ਵੱਲ ਜਾਣਾ ਹੈ। ਪਰਮੇਸ਼ਰ ਨੂੰ, ਜਿਉਂਦੇ ਪਰਮੇਸ਼ਰ ਨੂੰ ਤਿਆਗਣਾ ਮੌਤ ਦੀ ਵੱਲ ਜਾਣਾ ਹੈ। ਮੈਂ ਆਪ ਦੇ ਲਈ ਮਤੀ ਦੀ ਅੰਜੀਲ ਉਸ ਦਾ 19 ਅਧਿਆਏ 7 ਆਇਤ ਤੋਂ ਲੈ ਕੇ 7 ਆਇਤ ਤੋਂ ਲੈ ਕੇ 9 ਆਇਤਾਂ ਤੱਕ ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ, ਜਿੱਥੇ ਪਰਮੇਸ਼ਵਰ ਨੇ ਇਸ ਵਚਨ ਦੇ ਬਾਬਤ ਮੈਨੂੰ ਗੱਲ ਕਰਨ ਦੇ ਲਈ ਪ੍ਰੇਰਿਆ। ਮੈਂ ਆਪ ਦੇ ਨਾਲ ਇਸ ਵਚਨ ਦੇ ਨਾਲ ਉਸ ਦੀ ਜੋ ਗਹਿਰਾਈ ਹੈ ਮੈਂ ਆਪ ਦੇ ਨਾਲ ਵੰਡਾਂਗਾ। ਇੱਥੇ 7 ਆਇਤ ਦੇ ਵਿੱਚ ਲਿਖਿਆ ਹੋਇਆ ਹੈ, ਉਹਨਾਂ ਨੇ ਉਸ ਨੂੰ ਆਖਿਆ, ਫਿਰ ਮੂਸਾ ਕਿਉਂ ਤਿਆਗ ਪੱਤਰੀ ਦੇਣ ਅਤੇ ਉਹਨਾਂ ਨੂੰ ਤਿਆਗਣ ਦੀ ਆਗਿਆ ਦਿੱਤੀ ਹੈ? ਉਸ ਨੇ ਉਹਨਾਂ ਨੂੰ ਕਿਹਾ, ਮੂਸਾ ਨੇ ਤੁਹਾਡੀ ਸਖਤ ਦਿਲੀ ਕਰਕੇ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਿਆਗਣ ਦੀ ਪ੍ਰਵਾਨਗੀ ਦਿੱਤੀ, ਪਰ ਮੁੱਢੋਂ ਅਜਿਹਾ ਨਾ ਸੀ। 9 ਆਇਤ, ਪਰ ਮੈਂ ਤੁਹਾਨੂੰ ਆਖਦਾ ਹਾਂ ਭਾਈ, ਜੇ ਕੋਈ ਆਪਣੀ ਪਤਨੀ ਨੂੰ ਬਿਨਾਂ ਹਰਾਮਕਾਰੀ ਦੇ ਕਿਸੇ ਹੋਰ ਕਾਰਨ ਤੋਂ ਤਿਆਗ ਦੇਵੇ ਅਤੇ ਦੂਈ ਨਾਲ ਵਿਆਹ ਕਰੇ, ਸੋ ਜ਼ਨਾ ਕਰਦਾ ਹੈ। ਮੈਂ ਅੱਜ ਤੋਂ 10-15 ਸਾਲ ਪਹਿਲਾਂ ਆਪਣੇ ਆਲੇ ਦੁਆਲੇ 15 ਕੇਸ ਡਾਈਵੋਰਸਸ ਦੇਖੇ ਸੀ, ਜਿਨ੍ਹਾਂ ਵਿੱਚ 18, 20 ਅਤੇ 25 ਸਾਲ ਦੀਆਂ ਲੜਕੀਆਂ ਵੇਖੀਆਂ। ਤੇ ਉਸ ਤੋਂ ਬਾਅਦ ਹੋਰ ਵੀ ਮੈਨੂੰ ਸੁਣਨ ਦੇ ਵਿੱਚ ਆਇਆ। ਔਰ ਪਿਛਲੇ ਕੱਲ ਔਰ ਉਸ ਤੋਂ ਇੱਕ ਹਫ਼ਤਾ ਪਹਿਲਾਂ ਵੀ ਮੈਨੂੰ ਇੱਕ ਮਸੀਹੀ ਪਰਿਵਾਰ ਦੀ ਲੜਕੀ ਜੋ 22 ਸਾਲ ਦੀ ਸੀ, ਉਸ ਦੇ ਤਿਆਗ ਪੱਤਰ ਦੀ ਸੂਚਨਾ ਮੈਨੂੰ ਮਿਲੀ। ਜਿਸ ਵੀ ਭਾਈ ਨੇ ਮੈਨੂੰ ਦਿੱਤੀ, ਮੈਂ ਉਸ ਭਾਈ ਨੂੰ, ਉਹ ਬੜਾ ਖੁਸ਼ ਹੋ ਕੇ ਮੈਨੂੰ ਇਸ ਨੂੰ ਦੱਸ ਰਿਹਾ ਸੀ, ਪਰ ਮੈਨੂੰ ਅੰਦਰੋਂ ਬਹੁਤ ਜ਼ਿਆਦਾ ਦੁੱਖ ਫੀਲ ਹੋਇਆ। ਕਿਉਂਕਿ ਅਗਿਆਨਤਾ ਦੇ ਕਾਰਨ ਸਾਡੇ ਲੋਕ ਇਸ ਪਾਪ ਵੱਲ ਵਧਦੇ ਜਾ ਰਹੇ ਆ। ਔਰ ਇਸ ਯੁੱਗ ਦਾ ਈਸ਼ਵਰ ਕੀ ਚਾਹੁੰਦਾ ਹੈ ਕਿ ਮਸੀਹੀ ਲੋਕਾਂ ਦਾ ਜੀਵਨ ਨਾਸ਼ ਹੋਵੇ।
ਜਿੱਥੇ ਕਿਤੇ ਵੀ ਮਸੀਹ ਦੇ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਆ ਜਾਂ ਉਹ ਆਪਣਾ ਪਰਮੇਸ਼ਵਰ ਨੂੰ ਛੱਡ ਕੇ ਮੁੜ ਉਸ ਬੁਰੇ ਸੰਸਾਰ ਅਤੇ ਉਹਨਾਂ ਦੀਆਂ ਗੱਲਾਂ ਵਿੱਚ ਚੱਲ ਜਾਂਦੇ ਆ, ਤਾਂ ਮੈਨੂੰ ਬਹੁਤ ਦੁੱਖ ਹੁੰਦਾ। ਇਹ ਗੱਲ ਹੁੰਦੀ ਹੈ ਅਗਿਆਨਤਾ ਦੇ ਕਾਰਨ। ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ 84 ਤੋਂ ਲੈ ਕੇ ਜਦੋਂ ਮੈਂ ਹੋਸ਼ ਸੰਭਾਲੀ ਹੈ, 81 ਤੋਂ ਲੈ ਕੇ ਮੈਂ 90-91 ਤੱਕ ਬਹੁਤ ਘੱਟ ਸੁਣਦਾ ਸੀ ਕਿ ਤਲਾਕ ਸ਼ਬਦ ਹੁੰਦਾ ਹੈ। ਬਹੁਤ ਘੱਟ ਸੁਣਦਾ ਸੀ ਔਰ ਸੁਣਨ ਨੂੰ ਆਉਂਦਾ ਵੀ ਘੱਟ ਸੀ। ਔਰ ਸਾਡੇ ਜਿਹੜੇ ਬਜ਼ੁਰਗ ਸੀ ਉਹ ਆਪਣਾ ਹਰ ਇੱਕ ਤਸੀਹੇ ਨੂੰ ਝੱਲ ਲੈਂਦੇ ਸੀ ਅਤੇ ਉਹ ਆਪਣੇ ਘਰਾਂ ਨੂੰ ਬਣਾ ਲੈਂਦੇ ਸੀ। ਪਰ ਅੱਜ ਉਹ ਹਾਲਾਤ ਨਹੀਂ ਰਹੇ। ਅੱਜ ਸਾਡਾ ਟੈਕਨੀਕਲ ਮੀਡੀਆ ਇੰਨਾ ਫਾਸਟ ਹੋ ਗਿਆ ਹੈ ਕਿ ਮਾੜੀ ਜਿਹੀ ਵੀ ਕੋਈ ਗੱਲ ਹੁੰਦੀ ਹੈ ਤਾਂ ਉਸ ਦੇ ਨਾਲ ਸਾਡੇ ਜੀਵਨ ਦੇ ਵਿੱਚ ਇੱਕ ਦੂਸਰੇ ਨੂੰ ਛੱਡਣ ਦਾ ਫੈਸਲਾ ਕਰ ਲੈਂਦੇ ਆ। ਇਹ ਬੜੀ ਗਲਤ ਗੱਲ ਹੈ। ਔਰ ਦੂਸਰੀ ਗੱਲ ਮੈਂ ਜੋ ਇਸ ਵਿੱਚ ਵੇਖਦਾ ਹਾਂ, ਉਹ ਵੇਖਦਾ ਹਾਂ ਕਲੀਸਿਆਵਾਂ ਦੇ ਵਿੱਚ ਇਸ ਦੇ ਬਾਬਤ ਬਹੁਤ ਘੱਟ ਸਿੱਖਿਆ ਦਿੱਤੀ ਜਾਂਦੀ ਹੈ। ਸਿੱਖਿਆ ਦਿੱਤੀ ਨਹੀਂ ਜਾਂਦੀ ਹੈ ਬੱਚਿਆਂ ਨੂੰ। ਜਾਂ ਜਦੋਂ ਆਪਣਾ ਵਧਣਾ ਸ਼ੁਰੂ ਹੋ ਜਾਂਦੇ ਆ, ਟੀਨੇਜਰਸ ਦੇ ਵਿੱਚ ਚਲੇ ਜਾਂਦੇ ਆ, ਤਾਂ ਉਹਨਾਂ ਨੂੰ ਇਸ ਦੀ ਸਿੱਖਿਆ ਦੇਣੀ ਕਲੀਸਿਆ ਦੇ ਬਜ਼ੁਰਗਾਂ ਰਾਹੀਂ ਅਨਵਰਿਆ ਬਣ ਜਾਂਦੀ ਹੈ ਕਿ ਉਹਨਾਂ ਨੂੰ ਅਸੀਂ ਆਪਣੇ ਬੱਚਿਆਂ ਨੂੰ ਇਹ ਸਿਖਾਈਏ। ਪਰ ਬਹੁਤੇ ਲੋਕ ਸ਼ਰਮ ਦੇ ਕਾਰਨ, ਬਹੁਤੇ ਲੋਕ ਆਪਣੇ ਆਪ ਦੇ ਵਿੱਚ ਉਸ ਸ਼ਰਮਾਹਟ ਨੂੰ ਵਿੱਚ ਰੱਖਦੇ ਹੋਏ ਇਹ ਸਿੱਖਿਆ ਅਸੈਂਬਲੀਜ਼ ਦੇ ਵਿੱਚ ਨਹੀਂ ਦਿੰਦੇ, ਜਿਸ ਦੇ ਕਾਰਨ ਅੱਜ ਅਸੈਂਬਲੀਜ਼ ਦੇ ਵਿੱਚ, ਚਰਚਾਂ ਦੇ ਵਿੱਚ, ਮੰਡਲੀਆਂ ਦੇ ਵਿੱਚ ਡਾਈਵੋਰਸ ਕਾਰਨ ਹੁੰਦੇ ਨੇ। ਔਰ ਕਈ ਪ੍ਰਚਾਰਕ ਮੈਂ ਇੱਦਾਂ ਦੇਖਿਆ ਹੈ ਕਿ ਉਹ ਲਾਲਚ ਦੇ ਕਾਰਨ ਵਿਆਹ ਕਰਾ ਦਿੰਦੇ ਨੇ, ਇੱਕ ਦੂਸਰੇ ਦੀ ਕਮੀਆਂ ਨੂੰ ਢੱਕ ਕੇ। ਜਦੋਂ ਉਹ ਉਹਨਾਂ ਦਾ ਇੱਕ ਦੂਸਰੇ ਦਾ ਨਾਲ ਮਿਲਾਨ ਕਰਾ ਦਿੰਦੇ ਨੇ ਤਾਂ ਮੈਂ ਕਹਿੰਦਾ 2 ਜਾਂ 3 ਦਿਨ ਹੀ ਹੁੰਦੇ ਆ ਜਦੋਂ ਇਹ ਆਪਣਾ ਰਿਸ਼ਤਾ ਜੁੜਦਾ। ਉਸ ਤੋਂ ਬਾਅਦ ਉਹਨਾਂ ਦੇ ਵਿੱਚ ਤਿਆਗ ਪੱਤਰੀ ਆ ਜਾਂਦੀ ਹੈ, ਭਾਵ ਡਾਈਵੋਰਸ ਆ ਜਾਂਦਾ ਹੈ। ਬੜਾ ਦੁੱਖ ਹੈ, ਬਹੁਤ ਦੁੱਖ ਹੁੰਦਾ ਹੈ। ਕਾਰਨ ਮੈਂ ਇਸ ਵਚਨ ਨੂੰ ਥੋੜਾ ਜਿਹਾ ਇੱਕ ਹੋਰ ਜਗ੍ਹਾ ਤੇ ਲੈ ਕੇ ਜਾਣਾ ਚਾਹੁੰਦਾ ਹਾਂ, ਜਿੱਥੇ ਪਰਮੇਸ਼ਵਰ ਨੇ ਆਪਣੇ ਲੋਕਾਂ ਦੇ ਨਾਲ ਗੱਲ ਕੀਤੀ ਹੈ। ਜਦੋਂ ਮੈਂ 13 ਅਧਿਆਏ ਉਸ ਦੀ 4 ਆਇਤ ਪੜ੍ਹਦਾ ਹਾਂ ਤਾਂ ਇੱਥੇ ਪਰਮੇਸ਼ਵਰ ਇੱਕ ਖਾਸ ਗੱਲ ਕਰਦਾ ਹੋਇਆ ਨਜ਼ਰ ਆਉਂਦਾ ਹੈ। ਇੱਥੇ ਕਹਿੰਦਾ ਹੈ, ਵਿਆਹ ਕਰਨਾ ਸਭਨਾਂ ਵਿੱਚ ਆਦਰ ਯੋਗ ਗਿਣਿਆ ਜਾਵੇ ਅਤੇ ਵਿਛੋਣਾ ਬੇਦਾਗ ਰਹੇ, ਕਿਉਂ ਜੋ ਪਰਮੇਸ਼ਰ ਹਰਾਮਕਾਰਾਂ ਅਤੇ ਵਿਚਾਰੀਆਂ ਦਾ ਨਿਆਂ ਕਰੇਗਾ। ਹੁਣ ਇਸ ਗੱਲ ਨੂੰ ਜਿੱਥੇ ਇੱਥੇ ਲਿਖਿਆ ਹੈ ਕਿ ਵਿਆਹ ਸਭਨਾਂ ਵਿੱਚ ਆਦਰ ਯੋਗ ਗਿਣਿਆ ਜਾਵੇ, ਪਰਮੇਸ਼ਰ ਕੋਲ ਵਿਆਹ ਅਤੇ ਸਰੀਰਕ ਸੰਬੰਧ ਵਿੱਚ ਆਪਣੇ ਲੋਕਾਂ ਲਈ ਉੱਚ ਮਾਪਦੰਡ ਹਨ। ਉੱਚ ਮਾਪਦੰਡ ਹਨ। ਇਹ ਗੱਲਾਂ ਨੂੰ ਸਾਨੂੰ ਸਮਝਣਾ ਸਭ ਤੋਂ ਜ਼ਰੂਰੀ ਹੈ। ਜਦ ਤੱਕ ਅਸੀਂ ਇਹ ਨਹੀਂ ਸਮਝਾਂਗੇ, ਸਾਨੂੰ ਉਦੋਂ ਤੱਕ ਇਹ ਗੱਲ ਨਹੀਂ ਸਮਝ ਆਵੇਗੀ ਕਿ ਪਰਮੇਸ਼ਵਰ ਨੇ ਵਿਆਹ ਨੂੰ ਸਭਨਾਂ ਦੇ ਵਿੱਚ ਆਦਰ ਯੋਗ ਕਿਉਂ ਗਿਣਿਆ। ਕਾਰਨ ਕੀ ਹੈ? ਕਾਰਨ ਇਹ ਹੈ, ਪਰਮੇਸ਼ਵਰ ਇਸ ਵਿਆਹ ਦਾ ਸਭ ਤੋਂ ਵੱਡਾ ਮੀਡੀਏਟਰ ਹੈ ਔਰ ਉਹ ਇਸ ਦਾ ਰਚੇਤਾ ਹੈ, ਕਿਉਂਕਿ ਉਸਨੇ ਵਿਆਹ ਨੂੰ ਪਵਿੱਤਰਤਾ ਦੇ ਨਾਲ ਰਚਿਆ ਹੈ। ਅਪਵਿੱਤਰਤਾ ਦੇ ਨਾਲ ਨਹੀਂ, ਅਪਵਿੱਤਰਤਾ ਦੇ ਵਿਚਾਰਾਂ ਨਾਲ ਨਹੀਂ, ਅਪਵਿੱਤਰਤਾ ਦੀਆਂ ਗੱਲਾਂ ਨਾਲ ਨਹੀਂ, ਅਪਵਿੱਤਰਤਾ ਦੀਆਂ ਸਾਡੇ ਵਿੱਚ ਅਜਿਹੇ ਅਨੈਤਿਕ ਗੁਣਾਂ ਦੇ ਨਾਲ ਨਹੀਂ, ਜਿਸ ਦੇ ਵਿੱਚ ਸਾਡੇ ਵਿਚਕਾਰ ਕਿਸੇ ਪ੍ਰਕਾਰ ਦੀ ਬੁਰਾਈ ਹੋਵੇ। ਪਰਮੇਸ਼ਵਰ ਨੇ ਆਦਮ ਅਤੇ ਹਵਾ ਨੂੰ ਜਦੋਂ ਇੱਕ ਦੂਸਰੇ ਨਾਲ ਮਿਲਾਇਆ, ਤਦ ਉਹਨਾਂ ਦੀ ਪਵਿੱਤਰਤਾ ਦੇ ਨਾਲ ਉਹਨਾਂ ਨੂੰ ਜੋੜਿਆ। ਉਸ ਵੇਲੇ ਤੱਕ ਕੋਈ ਪਾਪ ਨਾਮ ਦਾ ਸ਼ਬਦ ਹੈ ਹੀ ਨਹੀਂ ਸੀ। ਇਸ ਲਈ ਪਰਮੇਸ਼ਵਰ ਨੇ, ਜਦੋਂ ਅਸੀਂ 2 ਅਧਿਆਏ ਦੀ 24 ਆਇਤ ਪੜ੍ਹਦੇ ਹਾਂ, ਪਰਮੇਸ਼ਵਰ ਨੇ ਆਦਮ ਨੂੰ ਹਵਾ ਦੇ ਕੋਲ ਲਿਆਂਦਾ ਅਤੇ ਉਸਨੇ ਉਹਨੂੰ ਵੇਖਿਆ ਅਤੇ ਉਸਨੇ ਕਿਹਾ, ਇਹ ਮੇਰੀ ਹੱਡੀਆਂ ਵਿੱਚੋਂ ਹੱਡੀ ਹੈ ਅਤੇ ਮਾਸ ਵਿੱਚੋਂ ਮਾਸ ਹੈ। ਇਹ ਹਵਾ
ਇਹ ਨਾਰੀ ਅਖਵਾਵੇਗੀ। ਕਿੰਨੀ ਵੱਡੀ ਗੱਲ ਹੈ ਕਿ ਪਰਮੇਸ਼ਵਰ ਨੇ ਜੋ ਬੰਧਨ ਪਹਿਲੇ ਵਿੱਚ ਜੋੜਿਆ ਹੈ, ਜੋ ਆਦਮ ਅਤੇ ਹਵਾ ਦੇ ਵਿੱਚ ਪਵਿੱਤਰਤਾ ਹੀ ਲਿਆਂਦੀ ਹੈ, ਉਹ ਪਰਮੇਸ਼ਵਰ ਦੀ ਸੰਗਤ ਨਾਲ ਹੈ। ਇਸੇ ਕਰਕੇ ਤਾਂ ਉਪਦੇਸ਼ਕ ਦਾ ਜਿਹੜਾ ਲਿਖਣਾ ਹੈ, ਜਦੋਂ ਉਹ 4:12 ਵਿੱਚ ਲਿਖਦਾ ਹੈ ਕਿ ਤੇਰੀ ਰੱਸੀ ਝੰਬਦੇ ਨਹੀਂ ਟੁੱਟਦੀ। ਇਹਦਾ ਮਤਲਬ ਹੈ ਜਿਸ ਵਿਆਹ ਦੇ ਵਿੱਚ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਹੈ, ਜਿਸ ਵਿਆਹ ਦੇ ਵਿੱਚ ਪਤੀ ਪਤਨੀ ਦੇ ਵਿੱਚ ਪਰਮੇਸ਼ਵਰ ਦਾ ਸੰਬੰਧ ਹੈ, ਉਹ ਕਦੇ ਟੁੱਟਦਾ ਨਹੀਂ, ਉਹ ਕਦੇ ਸੰਬੰਧ ਵਿਛੇਦ ਹੁੰਦਾ ਹੀ ਨਹੀਂ। ਇਸ ਦਾ ਮਤਲਬ ਪਰਮੇਸ਼ਵਰ ਨੇ ਵਿਆਹ ਨੂੰ ਬੜੀ ਪਵਿੱਤਰਤਾ ਦੇ ਨਾਲ, ਆਦਰ ਦੇ ਨਾਲ, ਪ੍ਰੇਮ ਦੇ ਨਾਲ ਔਰ ਧਾਰਮਿਕਤਾ ਦੇ ਨਾਲ ਉਸ ਨੂੰ ਭਰ ਕੇ ਰਚਿਆ ਸੀ। ਪਰ ਜਦੋਂ ਪਾਪ ਆ ਗਿਆ ਪਿਆਰੋ, ਜਦੋਂ ਪਾਪ ਆ ਗਿਆ ਤਦ ਉਹਨਾਂ ਦੇ ਵਿੱਚ ਅਨੈਤਿਕ ਵਿਚਾਰ ਆ ਗਏ। ਉਹਨਾਂ ਨੇ ਜਦੋਂ ਫਲ ਨੂੰ ਖਾਧਾ ਤਾਂ ਕੀ ਦੇਖਿਆ? ਸਭ ਤੋਂ ਪਹਿਲਾਂ ਅਸੀਂ ਨੰਗੇ ਹਾਂ। ਇਹਦਾ ਮਤਲਬ ਉਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਕਾਮ ਵਾਸਨਾ, ਵਿਵਚਾਰ, ਹਰਾਮਕਾਰੀ ਅਜਿਹੇ ਸ਼ਬਦ ਉਹਨਾਂ ਦੇ ਵਿੱਚ ਆ ਗਏ ਜਿਸ ਦੇ ਨਾਲ ਅੱਜ ਸ੍ਰਿਸ਼ਟੀ ਭਰੀ ਹੋਈ ਹੈ। ਇਸ ਕਰਕੇ ਤਾਂ ਨੂਹ ਦੇ ਸਮੇਂ ਦੇ ਵਿੱਚ ਪਰਮੇਸ਼ਰ ਨੇ ਕਿਹਾ ਕਿ ਇਹ ਸਾਰੀ ਧਰਤੀ ਉਪਦਰਵ ਦੇ ਨਾਲ ਭਰ ਗਈ ਹੈ ਤੇ ਮੈਨੂੰ ਹੁਣ ਇਸ ਧਰਤੀ ਨੂੰ ਵਿਨਾਸ਼ ਕਰਨ ਦਾ, ਖਤਮ ਕਰਨ ਦਾ ਮਨ ਮੇਰੇ ਵਿੱਚ ਆ ਗਿਆ ਹੈ। ਇਹ ਅਨੈਤਿਕਤਾ ਸਾਡੇ ਜੀਵਨ ਦੇ ਵਿੱਚ ਸਾਨੂੰ ਵਿਨਾਸ਼ ਵੱਲ ਲੈ ਜਾਂਦੀ ਹੈ। ਪਰਮੇਸ਼ਰ ਜਦੋਂ ਇਸ ਗੱਲ ਨੂੰ ਕਰਦਾ, ਸਭ ਤੋਂ ਪਹਿਲਾਂ ਸਾਨੂੰ ਮਨ ਵਿੱਚ ਇਹ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਰ ਨੇ ਮਨੁੱਖੀ ਜਿਨਸੀ ਸੰਬੰਧਾਂ ਨੂੰ ਰਚਿਆ ਹੈ। ਇਹ ਉਸ ਦੀ ਕਿਰਿਆਸ਼ੀਲਤਾ ਦਾ ਕਾਰਜ ਇੱਕ ਉਤਪਾਦਨ ਹੈ ਅਤੇ ਉਸ ਦਾ ਵਚਨ ਸ਼ੁਰੂ ਤੋਂ ਹੀ ਸਿੱਧੇ ਵਿਖੇ ਵਿੱਚ ਸੰਬੋਧਿਤ ਕਰਦਾ ਹੈ। ਜਦੋਂ 1:27 ਪੜ੍ਹਦੇ ਹਾਂ, ਉਤਪਤ ਪਰਮੇਸ਼ਰ ਨੇ ਨਰ ਨਾਰੀ ਕਰਕੇ ਰਚਨਾ ਕੀਤੀ ਅਤੇ ਉਹਨਾਂ ਨੂੰ ਸਾਰੀ ਧਰਤੀ ਦਾ ਅਖਤਿਆਰ ਦਿੱਤਾ। ਪਰ ਮੇਰੇ ਭਾਈ ਅਤੇ ਭੈਣ, ਮਸੀਹਤ ਦੇ ਵਿੱਚ ਡਾਈਵੋਰਸ ਸ਼ਬਦ ਹੋਣਾ ਨਹੀਂ ਚਾਹੀਦਾ ਸੀ, ਆਉਣਾ ਨਹੀਂ ਚਾਹੀਦਾ ਸੀ। ਮੂਸਾ ਦੇ ਟਾਈਮ ਦੇ ਵਿੱਚ ਲਿਖਿਆ ਹੈ, ਜੇ ਕੋਈ ਆਪਣਾ ਪਤੀ ਜਾਂ ਪਤਨੀ ਆਪਣੀ ਪਤਨੀ ਨੂੰ ਕਿਸੇ ਦੇ ਨਾਲ ਸਰੀਰਕ ਸੰਬੰਧਾਂ ਦੇ ਨਾਲ ਫੜਿਆ ਜਾਂਦਾ ਹੈ ਜਾਂ ਗੱਲਬਾਤ ਹੋ ਜਾਂਦੀ ਹੈ ਤਾਂ ਉਸ ਨੂੰ ਤਿਆਗਣ ਦਾ ਵਿਚਾਰ ਦਿੱਤਾ ਗਿਆ ਸੀ, ਉੱਥੇ ਦਿੱਤਾ ਗਿਆ ਸੀ। ਪਰ ਜਦੋਂ ਅਸੀਂ ਮਸੀਹ ਯਸੂ ਦੇ ਵਿੱਚ ਆ ਗਏ, ਆਪਣੇ ਪਾਪਾਂ ਨੂੰ ਅਸੀਂ ਮਸੀਹ ਯਸੂ ਦੇ ਉੱਤੇ ਲੱਦ ਦਿੱਤਾ ਔਰ ਉਸ ਤੋਂ ਬਾਅਦ ਜੇ ਸਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਹੈ ਤਾਂ ਪਿਆਰੋ, ਮਸੀਹਤ ਦੇ ਵਿੱਚ ਇਸ ਸੰਸਾਰ ਦਾ ਇਹ ਸਭ ਤੋਂ ਘਿਰਣਿਤ, ਸਭ ਤੋਂ ਪਤਾ, ਸਭ ਤੋਂ ਭਿਆਨਕ ਪਾਪ ਹੈ ਵਿਚਾਰ ਦਾ। ਗਲਾਤੀਆਂ ਦੀ ਪੁਸਤਕ ਜਦੋਂ ਅਸੀਂ ਪੜ੍ਹਦੇ ਹਾਂ ਸਰੀਰਕ ਸੰਬੰਧਾਂ ਦੇ ਉੱਤੇ, ਤਾਂ ਉਹ ਇਸੇ ਗੱਲ ਨੂੰ ਦੱਸਦਾ ਹੈ ਕਿ ਸਰੀਰ ਦੀ ਵਾਸਨਾ ਅਤੇ ਵਿਵਚਾਰ ਦੇ ਨਾਲ ਵਿਆਹ ਨਹੀਂ ਹੈ। ਪਰਮੇਸ਼ਵਰ ਨੇ ਜਦੋਂ ਅਸੀਂ ਮਤੀ ਦੀ ਅੰਜੀਲ ਜਿੱਥੋਂ ਮੈਂ ਸ਼ੁਰੂ ਕੀਤਾ ਸੀ, ਉਸ ਦੇ 9:6 ਦੇ ਵਿੱਚ ਅਸੀਂ ਜਦੋਂ 19:6 ਦੇ ਵਿੱਚ ਅਸੀਂ ਜਦੋਂ ਪੜ੍ਹਦੇ ਹਾਂ, ਪਰਮੇਸ਼ਰ ਦਾ ਵਚਨ ਸਾਫ਼ ਤੌਰ ਤੇ ਕਹਿੰਦਾ ਹੈ, ਹੁਣ ਉਹ ਦੋਵੇਂ ਬਾਲਕਾਂ ਨਹੀਂ, ਇੱਕ ਸਰੀਰ ਹਨ। ਸੋ ਜੋ ਕੁਝ ਪਰਮੇਸ਼ਰ ਨੇ ਜੋੜ ਦਿੱਤਾ ਉਸ ਨੂੰ ਮਨੁੱਖ ਅੱਡ ਨਾ ਕਰੇ। ਇੱਕ ਸਰੀਰ ਕਰ ਦਿੱਤਾ ਹੈ। ਪਤੀ ਪਤਨੀ ਦੇ ਵਿੱਚ ਕੋਈ ਤੇਰਾ ਮੇਰਾ ਨਹੀਂ ਰਹਿ ਗਿਆ, ਉਹਨਾਂ ਦੇ ਵਿੱਚ ਇੱਕ ਸਮਾਨਤਾ ਆ ਗਈ ਹੈ। ਉਹਨਾਂ ਦੇ ਪ੍ਰਤੀਨਿਧਿਤਵ ਪਰਮੇਸ਼ਰ ਦੇ ਹੱਥ ਵਿੱਚ ਆ ਗਿਆ ਹੈ। ਸਾਡਾ ਲਾੜਾ ਇਸ ਸਮੇਂ ਮਸੀਹ ਯਸੂ ਹੈ। ਜੇ ਅਸੀਂ ਉਸ ਨੂੰ ਛੱਡ ਕੇ ਦੂਸਰੇ ਨਾਲ ਚਲੇ ਜਾਂਦੇ ਹਾਂ ਤਾਂ ਉਹ ਵਿਚਾਰ ਹੈ, ਉਹ ਮਹਾਪਾਪ ਹੈ ਔਰ ਉਸ ਦੀ ਸਜ਼ਾ ਮੌਤ ਹੈ। ਅਗਰ ਵਿਵਸਥਾ ਦੇ ਵਿੱਚ ਦੇਖਿਆ ਜਾਵੇ, ਅਗਰ ਸਰੀਰਕ ਸੰਬੰਧਾਂ ਦੇ ਕਾਰਨ
ਤਲਾਕ ਆਂਦਾ ਸੀ ਤਾਂ ਉਹ ਮਤਲਬ ਹੁੰਦਾ ਸੀ ਮੌਤ, ਉਸ ਦਾ ਮਤਲਬ ਹੁੰਦਾ ਸੀ ਮੌਤ। ਅੱਜ ਮਸੀਹੀ ਸਮਾਜ ਦੇ ਵਿੱਚ, ਮਸੀਹੀ ਲੋਕਾਂ ਦੇ ਵਿੱਚ ਤਿਆਗ ਦੀ ਗੱਲ ਬੜੀ ਛੇਤੀ ਆ ਜਾਂਦੀ ਹੈ। ਕਿਉਂ ਆ ਜਾਂਦੀ? ਕਿਉਂਕਿ ਉਹਨਾਂ ਦੇ ਵਿੱਚ ਸਿੱਖਿਆ ਨਹੀਂ ਹੈ ਕਿ ਅਸੀਂ ਮਸੀਹ ਦੇ ਵਿੱਚ ਇੱਕ ਦੁਲਹਨ ਦੀ ਮਾਂ ਨੇ ਚੁਣੇ ਗਏ ਹਾਂ, ਔਰ ਅਸੀਂ ਜਦੋਂ ਆਪਣੇ ਪਰਿਵਾਰ ਦੇ ਵਿੱਚ ਜੁੜਦੇ ਹਾਂ ਤਾਂ ਇੱਕ ਦੁਲਹਨ ਦੀ ਤਰ੍ਹਾਂ ਪਵਿੱਤਰਤਾ ਦੇ ਨਾਲ ਪਰਿਵਾਰ ਦੇ ਵਿੱਚ ਆਪਣੇ ਦੁਲਹੇ ਦੇ ਲਈ ਜੀਵਨ ਬਤੀਤ ਕਰਦੇ ਹੋਏ ਨਜ਼ਰ ਆਉਣੇ ਚਾਹੀਦੇ ਆ। ਅੱਜ ਮਸੀਹੀ ਪਰਿਵਾਰਾਂ ਦੇ ਵਿੱਚ ਪਤੀ ਪਤਨੀ ਦੇ ਵਿੱਚ ਝਗੜੇ, ਬੱਚਿਆਂ ਦੇ ਵਿੱਚ ਝਗੜੇ, ਬੱਚਿਆਂ ਦੇ ਵਿੱਚ ਏਕਤਾ ਨਹੀਂ, ਸਮੇਲਤਾ ਨਹੀਂ, ਬੱਚਿਆਂ ਦੇ ਵਿੱਚ ਮਸੀਹੀ ਵਚਨ ਦਾ ਪ੍ਰਚਾਰ ਨਹੀਂ, ਬੱਚਿਆਂ ਦੇ ਵਿੱਚ ਆਤਮਿਕ ਸੰਗਤੀ ਅਤੇ ਉન્નਤੀ ਦਾ ਵਿਵਹਾਰ ਨਹੀਂ। ਕਿਉਂ ਨਹੀਂ? ਕਿਉਂਕਿ ਉਹਨਾਂ ਨੇ ਸੰਡੇ ਦਾ ਇੱਕ ਮਹੱਤਵ ਰੱਖ ਲਿਆ ਹੈ। ਜਾਣਾ ਹੈ, ਗਾਣਾ ਹੈ, ਵਜਾਣਾ ਹੈ, ਬਸ ਇਹ ਡਿਊਟੀ ਹੈ। ਉਹਨਾਂ ਨੇ ਇੱਕ ਫਾਰਮੈਲਿਟੀ ਸਮਝ ਲਈ ਹੈ। ਇਹ ਫਾਰਮੈਲਿਟੀਜ਼ ਨਹੀਂ ਹੈ, ਧਾਰਮਿਕਤਾ ਇੱਕ ਪਰਮੇਸ਼ਰ ਦੇ ਵਿੱਚ ਗੰਭੀਰਤਾ ਦੇ ਨਾਲ ਉਹਦੀ ਭਗਤੀ ਕਰਨਾ, ਭਾਵ ਪਰਮੇਸ਼ਰ ਦੇ ਨਾਲ ਮਿਲ ਜਾਣਾ ਹੈ। ਜਿੱਦਾਂ ਪਤੀ ਪਤਨੀ ਆਪਸ ਵਿੱਚ ਮਿਲ ਜਾਂਦੇ ਆ, ਉਹਨਾਂ ਦੇ ਸੰਬੰਧ ਜਦੋਂ ਪ੍ਰਗਾੜ ਹੋ ਜਾਂਦੇ ਆ ਤਾਂ ਉਹਨਾਂ ਨੂੰ ਕੋਈ ਅੱਡ ਨਹੀਂ ਕਰ ਸਕਦਾ। ਇਸੇ ਤਰ੍ਹਾਂ ਮੇਰੇ ਅਤੇ ਪਰਮੇਸ਼ਰ ਦੀ ਭਗਤੀ ਦੇ ਵਿੱਚ ਸੰਬੰਧ ਪ੍ਰਗਾੜ ਹੋਣੇ ਜ਼ਰੂਰੀ ਹੈ ਕਿ ਉਸ ਨੇ ਆਪਣਾ ਲਾਹੂ ਦੇ ਕੇ ਮੈਨੂੰ ਮੁੱਲ ਖਰੀਦਿਆ। ਹੁਣ ਮੇਰੇ ਸਰੀਰ ਦਾ ਕੋਈ ਹੱਕ ਨਹੀਂ, ਹੁਣ ਮੇਰਾ ਹੱਕ ਜੋ ਹੈ ਉਹ ਮਸੀਹ ਦੇ ਉੱਤੇ ਹੈ। ਇਸੇ ਕਰਕੇ ਤਾਂ ਪੌਲਸ ਰਸੂਲ ਪਹਿਲਾ ਕੁਰਿੰਥੀਆਂ 6 ਅਧਿਆਇ ਉਸ ਦੀ 20 ਦੇ ਵਿੱਚ ਕਹਿੰਦਾ ਹੈ, ਹੁਣ ਉਸ ਨੇ ਤੁਹਾਨੂੰ ਮੁੱਲ ਦੇ ਕੇ ਖਰੀਦ ਲਿਆ ਹੈ, ਹੁਣ ਤੁਸੀਂ ਆਪਣੇ ਆਪ ਦੇ ਨਹੀਂ, ਹੁਣ ਤੁਸੀਂ ਇਸ ਸਰੀਰ ਦੇ ਰਾਹੀਂ ਉਸ ਦੀ ਭਗਤੀ ਕਰੋ। ਅਸੀਂ ਕਰ ਕੀ ਰਹੇ ਹਾਂ? ਡਾਈਵੋਰਸ। ਅਸੀਂ ਕਰ ਕੀ ਰਹੇ ਹਾਂ? ਸੰਬੰਧ ਵਿਛੇ। ਅਸੀਂ ਕਰ ਕੀ ਰਹੇ ਹਾਂ? ਦੂਰੀ। ਇਹ ਪਰਮੇਸ਼ਵਰ ਨੇ ਮੈਨੂੰ ਨਹੀਂ ਦਿੱਤੀ ਹੈ, ਇਹ ਕਾਰਜ ਮੈਨੂੰ ਪਰਮੇਸ਼ਵਰ ਨੇ ਨਹੀਂ ਦਿੱਤਾ। ਅਸੀਂ ਵਿਭਾਚਾਰ ਦੀ ਸੰਤਾਨ ਸੀ। ਦੇਖਿਆ ਜਾਵੇ, ਅਸੀਂ ਪਰਾਈ ਕੌਮ ਦੇ ਵਿੱਚ ਸੀ ਤਾਂ ਅਸੀਂ ਵਿਭਾਚਾਰ ਦੀ ਸੰਤਾਨ ਸੀ। ਸਾਡੇ ਇਸ ਪਾਪ ਨੂੰ ਮਿਟਾਉਣ ਦੇ ਲਈ, ਸਾਨੂੰ ਗੋਦ ਲੈਣ ਦੇ ਲਈ ਪਰਮੇਸ਼ਵਰ ਨੇ ਆਪਣੇ ਪਿਆਰੇ ਪੁੱਤਰ ਨੂੰ ਇਸ ਪਾਪ ਨੂੰ ਢੱਕਣ ਦੇ ਲਈ ਕਲਵਰੀ ਕਰੂਸ ਦੇ ਉੱਤੇ ਦਿੱਤਾ ਹੈ। ਕਲਵਰੀ ਕਰੂਸ ਦੇ ਉੱਤੇ ਉਹ ਮੇਰੇ ਪਾਪਾਂ ਦੇ ਲਈ ਮਾਰਿਆ ਗਿਆ, ਉਹ ਮੇਰੇ ਪਾਪਾਂ ਦੇ ਖਾਤਰ ਨਿੰਦਿਤ ਕੀਤਾ ਗਿਆ, ਉਹ ਮੇਰੇ ਪਾਪਾਂ ਦੀ ਖਾਤਰ ਉਹਦੇ ਮੂੰਹ ਤੇ ਥੁੱਕਿਆ ਗਿਆ, ਮੇਰੇ ਪਾਪਾਂ ਦੀ ਖਾਤਰ ਉਸਦੇ ਕੋੜੇ ਵੱਜੇ, ਮੇਰੇ ਪਾਪਾਂ ਦੀ ਖਾਤਰ ਉਸਦੇ ਜੀਵਨ ਦੇ ਵਿੱਚ ਹੱਥਾਂ ਪੈਰਾਂ ਦੇ ਵਿੱਚ ਕਿੱਲ ਠੋਕੇ ਗਏ। ਇੱਕ ਇੱਕ ਪਾਪ ਦਾ ਰਹਿਣ ਮੈਨੂੰ ਵਿਭਾਚਾਰ ਦੇ ਇਸ ਧੱਬੇ ਤੋਂ ਛਡਾਉਣ ਦੇ ਲਈ ਉਸ ਨੇ ਕਾਲਵਰੀ ਕਰੂਸ ਦੇ ਉੱਤੇ ਆਪਣੀ ਜਾਨ ਦਿੱਤੀ ਹੈ। ਪੌਲਸ ਕੀ ਕਹਿੰਦਾ ਹੈ ਰੋਮੀਆਂ ਦੀ ਪੁਸਤਕ ਦੇ ਵਿੱਚ? ਮੈਂ ਆਪ ਦੇ ਲਈ ਪੜ੍ਹਦਾ ਹਾਂ ਰੋਮੀਆਂ 8 ਅਧਿਆਏ, ਉਸ ਦੇ ਵਿੱਚ ਪੌਲਸ ਰਸੂਲ ਬੜਾ ਸਾਫ਼ ਰੀਤੀ ਨਾਲ ਮੇਰੇ ਅਤੇ ਆਪ ਨੂੰ ਸਮਝਾਉਣ ਦੇ ਲਈ ਆਖਦਾ ਹੈ। ਕੀ ਆਖਦਾ ਹੈ? ਮੈਂ ਆਪ ਦੇ ਲਈ ਇਸ ਗੱਲ ਨੂੰ ਪੜ੍ਹ ਰਿਹਾ, ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਮੁੜ ਤੁਸੀਂ ਡਰੋ, ਸਗੋਂ ਲਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ। ਲਪਾਲਕ ਦਾ ਮਤਲਬ ਉਸ ਨੇ ਮੈਨੂੰ ਗੋਦ ਲੈ ਲਿਆ। ਗਲਾਤੀਆਂ ਦੇ ਵਿੱਚ ਕਹਿੰਦਾ ਅਸੀਂ ਵਿਭਾਚਾਰ ਦੀ ਸੰਤਾਨ ਸੀ, ਪਰਮੇਸ਼ਰ ਦੇ ਪੁੱਤਰ ਨੇ ਸਾਨੂੰ ਗੋਦ ਲੈ ਕੇ ਮੁੜ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ ਹੈ। ਤੇ ਅਸੀਂ ਫੇਰ ਵਿਭਾਚਾਰ ਕਰਕੇ ਤਿਆਗ ਪੱਤਰ ਦੇ ਕੇ ਅਸੀਂ ਪਰਮੇਸ਼ਰ ਦੇ ਵਿਰੋਧ ਵਿੱਚ ਉਸ ਦੇ ਦਿੱਤੇ ਹੋਏ ਪੁੱਤਰ ਦੇ ਕਿੰਨਾ ਘਿਨੌਣਿਤ ਅਤੇ ਕਲੰਕਿਤ ਪਾਪ ਕਰ ਰਹੇ ਹਾਂ। ਮੇਰੇ ਭਾਈ ਭੈਣ, ਇਹ ਨਹੀਂ ਹੋਣਾ ਚਾਹੀਦਾ ਹੈ, ਇਹ ਨਹੀਂ ਹੋਣਾ ਚਾਹੀਦਾ ਹੈ। ਪਰਮੇਸ਼ਵਰ ਨੇ ਸਾਨੂੰ ਲਪਾਲਕ ਪੁੱਤਰ ਹੋਣ ਦਾ ਆਤਮਾ ਮਿਲਿਆ, ਜਿਸ ਕਰਕੇ ਅਸੀਂ ਉਸ ਨੂੰ ਹੇ ਅੱਬਾ, ਹੇ ਪਿਤਾ ਪੁਕਾਰਦੇ ਹਾਂ। ਸਾਨੂੰ ਇਹ ਅਧਿਕਾਰ ਨਹੀਂ ਸੀ ਉਹਨੂੰ ਪਿਤਾ ਕਹਿ ਕੇ ਪੁਕਾਰਨ ਦਾ, ਪਰ ਇਹ ਅਧਿਕਾਰ ਉਸ ਦੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਜੋ ਕਲਵਰੀ ਕਰੂਸ ਦੇ ਉੱਤੇ ਮੇਰੇ ਅਤੇ ਆਪ ਦੇ ਲਈ ਮਾਰਿਆ ਗਿਆ, ਉਸ ਦੇ ਰਾਹੀਂ ਸਾਨੂੰ ਇਹ ਹੱਕ ਮਿਲਿਆ। ਸਾਨੂੰ ਤਾਂ ਬਾਗੋਂ ਬਾਹਰ ਕੱਢ ਦਿੱਤਾ ਗਿਆ ਸੀ। ਅਸੀਂ ਅਜੇ ਹੀ ਸੰਤਾਨ ਬਣ ਚੁੱਕੇ ਸੀ, ਅਸੀਂ ਕਬੂਲ ਕੀਤੇ ਜਾਣ ਦੇ ਯੋਗ ਨਹੀਂ ਸੀ।
ਅਬਰਾਹਮ ਦਾ ਪੁੱਤਰ ਇਸਹਾਕ ਹੀ ਉਸ ਦਾ ਵਾਰਿਸ ਹੋਇਆ, ਹਾਜ਼ਰਾ ਦਾ ਨਹੀਂ। ਤੇ ਸਾਨੂੰ ਅਬਰਾਹਮ ਦਾ ਪੁੱਤਰ ਬਣਾਉਣ ਦੇ ਲਈ, ਭਾਵ ਪਰਮੇਸ਼ਵਰ ਦਾ ਪੁੱਤਰ ਬਣਾਉਣ ਦੇ ਲਈ ਪਰਮੇਸ਼ਵਰ ਨੇ ਆਪਣੇ ਇਕਲੌਤੇ ਨੂੰ ਕਾਲਵਰੀ ਕਰੂਸ ਦੇ ਉੱਤੇ ਮੇਰੇ ਲਈ ਦਿੱਤਾ ਹੈ, ਤਾਂ ਕਿ ਮੈਂ ਬੇਵਿਚਾਰ ਦੀ ਸੰਤਾਨ ਨਹੀਂ, ਮੈਂ ਪਾਪ ਦੀ ਸੰਤਾਨ ਨਹੀਂ, ਮੈਂ ਪਰਮੇਸ਼ਵਰ ਦੀ ਸੰਤਾਨ ਸਦਾਵਾਂ। ਪ੍ਰਭੂ ਯਿਸੂ ਮਸੀਹ ਨੇ ਉਹ ਸਾਰੇ ਪਾਪ ਆਪਣੇ ਵਿੱਚ ਲੈ ਲਏ, ਭਾਵ ਉਸਨੇ ਮੌਤ ਆਪਣੇ ਉੱਤੇ ਲੈ ਲਈ ਅਤੇ ਮੈਨੂੰ ਆਪਣਾ ਜੀਵਨ ਦੇ ਦਿੱਤਾ। ਲਿਖਿਆ ਹੈ ਉਸਨੇ ਮੈਨੂੰ ਧਨੀ ਕਰਨ ਦੇ ਲਈ ਉਹ ਖੁਦ ਕੰਗਾਲ ਹੋ ਗਿਆ। ਇਹ ਸਿੱਖਿਆ ਪਿਆਰੋ ਤਿਆਗ ਪੱਤਰ ਦੇ ਵਿੱਚ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਰਾਹੀਂ ਮੈਨੂੰ ਅਤੇ ਆਪ ਨੂੰ ਦਿੱਤੀ ਹੈ। ਕਿਰਪਾ ਕਰਕੇ ਇਸ ਕਾਰਜ ਨੂੰ ਅਗਰ ਆਪ ਦੇ ਆਲੇ ਦੁਆਲੇ ਹੁੰਦਾ ਹੈ ਤਾਂ ਸਮਝੌਤਾ ਕਰਨ ਦੇ ਲਈ ਕਰੋ। ਸਮਝੌਤਾ ਬਾਈਬਲ ਦੇ ਵਿੱਚ ਲਿਖਿਆ ਹੈ, ਧਨ ਨੇ ਉਹ ਜਿਹੜੇ ਮੇਲ ਕਰਾਉਂਦੇ ਨੇ, ਉਹ ਪਰਮੇਸ਼ਰ ਦੇ ਪੁੱਤਰ ਸਦਾਉਣਗੇ। ਇਹ ਸੇਵਾ ਮੈਨੂੰ ਅਤੇ ਆਪ ਨੂੰ ਦਿੱਤੀ ਹੈ। ਬਰਾਏ ਮਿਹਰਬਾਨੀ ਜੇ ਕੋਈ ਡਾਈਵੋਰਸ ਦੀ ਗੱਲ ਕਰਦਾ ਉਸ ਨੂੰ ਕਹੋ ਭਾਈ ਮੇਰੇ ਕੋਲ ਇਹ ਸ਼ਬਦ ਲੈ ਕੇ ਨਾ, ਕਿਉਂਕਿ ਪਰਮੇਸ਼ਰ ਇਹ ਤੋਂ ਕਹਿਣ ਕਰਦਾ ਹੈ, ਮੈਂ ਨਹੀਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮਿਲ ਕੇ ਰਹੋ, ਮੈਂ ਚਾਹੁੰਦਾ ਹਾਂ ਤੁਸੀਂ ਇੱਕ ਜਾਨ ਹੋਵੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਪਰਮੇਸ਼ਰ ਦੇ ਆਤਮਾ ਦੇ ਵਿੱਚ ਇੱਕ ਹੋ ਕੇ ਚੱਲੋ। ਉਹ ਤੁਹਾਨੂੰ ਆਪਣਾ ਪ੍ਰਤੀਫਲ ਆਪਣੇ ਸਮੇਂ ਦੇ ਉੱਤੇ ਦੇਵੇਗਾ। ਪਰਮੇਸ਼ਰ ਡਾਈਵੋਰਸ ਤੋਂ ਕਹਿਣ ਕਰਦਾ ਹੈ। ਇਸ ਲਈ ਸੰਸਾਰ ਦੇ ਇਸ ਬੜੇ ਗੁਪਤ ਅਤੇ ਬੜੇ ਮਤਲਬ ਕਿ ਛਲ ਦੇ ਨਾਲ ਕਰਨ ਵਾਲੇ ਇਸ ਰਿਸ਼ਤੇ ਦੇ ਵਿੱਚ ਸਾਨੂੰ ਦੂਰੀ ਬਣਾ ਕੇ ਰੱਖਣੀ ਜ਼ਰੂਰੀ ਹੈ। ਤਦ ਅਸੀਂ ਪਰਮੇਸ਼ਰ ਦੇ ਪੁੱਤਰ ਹਾਂ, ਤਦ ਅਸੀਂ ਪਰਮੇਸ਼ਰ ਦੇ ਲੋਕ ਹਾਂ। ਜੇ ਤੁਸੀਂ ਆਪਣੀ ਏਕਤਾ ਦੇ ਵਿੱਚ ਅੱਗੇ ਵੱਧ ਰਹੇ ਹੋ, ਪ੍ਰਭੂ ਤੁਹਾਨੂੰ ਆਸ਼ੀਸ਼ ਦੇਵੇ। ਜੇ ਤੁਹਾਡੇ ਵਿੱਚ ਇਸ ਤਰ੍ਹਾਂ ਦਾ ਵਿਘਨ ਆ ਰਿਹਾ ਤਾਂ ਪ੍ਰਾਰਥਨਾ ਕਰੋ, ਪ੍ਰਭੂ ਇਸ ਬਿਮਾਰੀ ਨੂੰ, ਇਸ ਬੁਰੀ ਗੱਲ ਨੂੰ ਜੋ ਸਾਡੇ ਵਿੱਚ ਦੂਰੀ ਪੈਦਾ ਕਰਦੀ ਹੈ, ਉਸ ਨੂੰ ਸਾਡੇ ਵਿੱਚੋਂ ਦੂਰ ਕਰ। ਸਾਨੂੰ ਆਪ ਦੇ ਵਿੱਚ ਇੱਕ ਮਨ ਇੱਕ ਚਿੱਤ ਹੋ ਕੇ ਚੱਲਣ ਦੇ ਲਈ ਮਦਦ ਕਰ, ਕਿਉਂਕਿ ਤੂੰ ਇਸ ਦੇ ਵਿੱਚ ਖੁਸ਼ ਹੈ। ਅਜਿਹਾ ਤੁਸੀਂ ਆਪਣੇ ਜੀਵਨ ਦੇ ਵਿੱਚ ਕਰੋ। ਮੇਰਾ ਰਿਸ਼ਤਾ ਪ੍ਰਭੂ ਯਿਸੂ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਹੋਇਆ। ਹੁਣ ਉਹ ਮੇਰਾ ਦੁਲਹਾ ਹੈ, ਉਹ ਦੁਲਹਾ ਮੇਰਾ ਲੈਣ ਮੈਨੂੰ ਆਉਣ ਵਾਲਾ ਹੈ। ਮੈਂ ਉਸ ਦੀ ਦੁਲਹਨ ਹਾਂ, ਮੈਂ ਕਦੇ ਵੀ ਉਸ ਨੂੰ ਤਿਆਗ ਨਹੀਂ ਸਕਦਾ ਹਾਂ, ਕਿਉਂਕਿ ਉਸ ਨੇ ਆਪਣੀ ਦੁਲਹਨ ਨੂੰ ਪਵਿੱਤਰ ਕਰਕੇ ਸਵੀਕਾਰ ਕੀਤਾ ਹੈ। ਉਹ ਇਸ ਦੁਲਹਨ ਨੂੰ ਲੈਣ ਆਉਣ ਵਾਲਾ ਹੈ। ਮੈਂ ਉਸ ਨੂੰ ਆਪਣੇ ਪਵਿੱਤਰ ਕਾਰਜਾਂ ਦੇ ਨਾਲ ਪਵਿੱਤਰ ਕਰਦੇ ਹੋਏ ਉਹਦੀ ਆਮਦ ਤੱਕ ਮੈਨੂੰ ਜਾਣ ਦੇ ਲਈ ਪਰਮੇਸ਼ਰ ਮੇਰੀ ਮਦਦ ਕਰੇ। ਮੈਂ ਪ੍ਰਾਰਥਨਾ ਕਰਦਾ, ਆਪ ਵੀ ਇਹ ਪ੍ਰਾਰਥਨਾ ਕਰੋ। ਔਰ ਅਗਰ ਆਪ ਹੁਣ ਤੱਕ ਪਰਮੇਸ਼ਰ ਦੀ ਦੁਲਹਨ ਨਹੀਂ ਬਣੇ ਤਾਂ ਬਣਨ ਦੇ ਲਈ ਅੱਜ ਤੁਸੀਂ ਉਸ ਨੂੰ ਸਵੀਕਾਰ ਕਰੋ। ਪ੍ਰਭੂ ਤੂੰ ਮੇਰੇ ਲਈ ਮਾਰਿਆ ਗਿਆ, ਗੱਡਿਆ ਗਿਆ ਅਤੇ ਤੀਸਰੇ ਦਿਨ ਜੀ ਉੱਠਿਆ। ਹੁਣ ਤੂੰ ਮੇਰਾ ਪ੍ਰਭੂ ਹੈ। ਹੁਣ ਮੇਰਾ ਜੀਵਨ ਮੇਰਾ ਨਹੀਂ, ਤੇਰਾ ਹੈ। ਇਹੀ ਤਾਂ ਦੁਲਹਨ ਕਰਦੀ ਹੈ, ਆਪਣੇ ਪਤੀ ਨੂੰ ਸਭ ਕੁਝ ਸੌਂਪ ਦਿੰਦੀ, ਉਸ ਦੇ ਅਧੀਨ ਹੋ ਜਾਂਦੀ ਹੈ, ਉਸ ਦੀ ਆਗਿਆ ਦੇ ਵਿੱਚ ਚਲੀ ਜਾਂਦੀ ਹੈ। ਉਹ ਮੇਰੇ ਪਿਆਰੇ, ਜਦੋਂ ਅਸੀਂ ਇਸ ਤਰ੍ਹਾਂ ਕਰਾਂਗੇ, ਪਰਮੇਸ਼ਰ ਆਪਣੀ ਦੁਲਹਨ ਨੂੰ ਬੇਇੰਤਹਾ ਪਿਆਰ ਕਰਦਾ ਹੈ। ਉਹ ਆਪ ਨੂੰ ਪਿਆਰ ਦੇ ਨਾਲ ਆਪਣੀਆਂ ਸਵਰਗੀ ਬੇਸ਼ੁਮਾਰ ਆਤਮਿਕ ਬਰਕਤਾਂ ਦੇ ਨਾਲ ਭਰ ਕੇ ਲੈ ਕੇ ਜਾਵੇਗਾ ਆਪਣੇ ਸਵਰਗ ਰਾਜ ਵਿੱਚ। ਪਰਮੇਸ਼ਰ ਆਪ ਦੇ ਜੀਵਨ ਦੇ ਵਿੱਚ ਇਸ ਤਰ੍ਹਾਂ ਹੋਣ ਦੇ ਲਈ ਮਦਦ ਕਰੇ। ਜੈ ਮਸੀਹ ਦੀ ਮਾਰਾਨਾਥਾ।